ਜਿਹੜਾ ਕੇਸ ਹੈ ਜੈਪਾਲ ਭੁੱਲਰ ਦੇ ਬਾਪ ਦਾ ਮੈਂ ਮੁਫਤ ਕੀਤਾ ਹੈ, ਪ੍ਰੋ ਬੋਨੋ ਸਪੋਰਟ ਕੀਤੀ ਹੈ, ਮੈਂ ਪੈਸਾ ਨਹੀਂ ਲਿਆ। ਇਹ ਵੀ ਪੁਲਿਸ ਇੰਸਪੈਕਟਰ ਉਸੇ ਥਿਊਰੀ 'ਚ ਬਿਲੀਵ ਕਰਦਾ, ਇਹਨੂੰ ਲੱਗਦਾ ਹੈ ਵੀ ਕੁਆਲੀਫਾਈਡ ਲੋਕ ਉਹ ਲੋਕ ਨੇ ਜਿਹੜੇ ਕਤਲ ਕਰਦੇ ਨੇ। ਸੈਕਿੰਡ ਪੋਸਟਮਾਰਟਮ ਦੀ ਪਰੇਡ ਸੀ, ਸੈਕਿੰਡ ਪੋਸਟਮਾਰਟਮ ਹੋ ਗਿਆ ਹੈ, ਹੁਣ ਤੁਸੀਂ ਕਾਹਦੇ ਐਲੀਗੇਸ਼ਨ ਮੇਰੇ ਤੇ ਲਾ ਰਹੇ ਹੋ? ਇਹਨਾਂ ਨੂੰ ਲੱਗਦਾ ਸੀ ਕਿ ਵਕੀਲ ਨਾਲਾਇਕ ਹੈਗਾ ਹੈ ਨਾ, ਇਹ ਕੁਆਲੀਫਾਈਡ ਡਿਗਰੀ ਨਹੀਂ ਹੈਗੀ। ਇਹਨਾਂ ਨੂੰ ਚਾਹੀਦਾ ਸੀ ਫਿਰ ਮੈਨੂੰ ਵਿਦਡਰਾ ਕਰ ਲੈਂਦੇ। मैं ਤੁਹਾਨੂੰ ਬਰੀਫ ਕਰਦਾ ਹਾਂ ਕਿ 13 ਤਰੀਕ ਨੂੰ ਮੈਨੂੰ ਇਸ ਬੰਦੇ ਨੇ ਅਪਰੋਚ ਕੀਤਾ ਹੈ। ਦੋ ਬੰਦਿਆਂ ਦੀ ਸਿਫਾਰਿਸ਼ ਸੀ। ਇੱਕ ਐਕਸ ਮੈਂਬਰ ਪਾਰਲੀਮੈਂਟ ਨੇ ਧਿਆਨ ਸਿੰਘ ਮੰਡ, ਜਿਹੜੇ ਹੁਣ ਸਾਬਕਾ ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਵੀ ਨੇ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਿਫਾਰਿਸ਼ ਨਾਲ ਇਹ ਭੁੱਲਰ ਸਾਹਿਬ ਦੇ ਫਾਦਰ ਸਾਹਿਬ ਨੇ ਮੈਨੂੰ ਅਪਰੋਚ ਕੀਤਾ ਹੈ ਕਿ ਮੇਰੇ ਮੁੰਡੇ ਨਾਲ ਧੱਕਾ ਹੋਇਆ ਤੇ ਤੁਸੀਂ ਮੇਰੀ ਮਦਦ ਕਰੋ। ਸੋ ਮੈਂ ਇਹਨਾਂ ਨੂੰ ਸਾਰੀ ਗੱਲ ਲੈ ਕੇ 13 ਤਰੀਕ ਨੂੰ ਮੈਂ ਇਹਨਾਂ ਨੂੰ ਸਮਝਾਇਆ ਕਿ ਕੋਰਟ ਵਿੱਚ ਛੁੱਟੀਆਂ ਹੈਗੀਆਂ ਨੇ, ਕੋਰਟ ਜਿਹੜੀ ਹੈ ਟਿਊਜ਼ਡੇ ਖੁੱਲ੍ਹਣੀ ਹੈ, ਇਹ ਸੰਡੇ ਦੀ ਗੱਲ ਹੈ ਜੀ। ਸੋ ਮੈਂ ਇਹਨਾਂ ਦੀ ਬਿਹਾਫ 'ਤੇ ਇੱਕ ਈਮੇਲ ਭੇਜੀ ਹੈ ਸੁਪਰੀਮ ਕੋਰਟ ਨੂੰ, ਉਹ ਕਾਪੀਜ਼ ਮੈਂ ਤੁਹਾਨੂੰ ਦੇ ਦਿੱਤੀਆਂ ਨੇ। ਮੈਂ ਉਸ ਈਮੇਲ ਦੇ ਵਿੱਚ ਬਹੁਤ ਸੁਪਰੀਮ ਕੋਰਟ ਨੂੰ ਸਪਸ਼ਟ ਕੀਤਾ ਸੀ ਵੀ ਇਹ ਡੈੱਡ ਬੋਡੀ ਰੈਪ ਕਰਨ ਤੋਂ ਬਾਅਦ ਆਹ ਫੋਟੋਗ੍ਰਾਫਸ ਨੇ ਜਿਹੜੀਆਂ ਅਸੀਂ ਸੁਪਰੀਮ ਕੋਰਟ ਨੂੰ ਵੀ ਭੇਜੀਆਂ ਵੀ ਇੱਥੇ ਡਾਊਟ ਹੈਗਾ, ਫੈਮਿਲੀ ਨੂੰ ਐਪਰੀਹੈਂਸ਼ਨ ਹੈ ਕਿ ਟਾਰਚਰ ਹੋਇਆ ਹੈ, ਕਸਟੋਡੀਅਲ ਡੈਥ ਦਾ ਮੈਟਰ ਹੈ। ਉਹਦੇ ਵਿੱਚ ਮੈਂ ਸੁਪਰੀਮ ਕੋਰਟ ਨੂੰ ਸਪਸ਼ਟ ਕੀਤਾ ਹੈ ਕਿ ਆਰਟੀਕਲ 21 ਕਹਿੰਦਾ ਹੈ ਵੀ ਕਿਸੇ ਬੰਦੇ ਦੀ ਜਾਨ ਲੈਣ ਦਾ ਨੋ ਪਰਸਨ ਸ਼ੈਲ ਬੀ ਡਿਪਰਾਈਵਡ ਫਰੋਮ ਹਿਜ਼ ਲਾਈਫ ਐਕਸੈਪਟ ਪ੍ਰੋਸੀਜਰ ਡਿਊਲੀ ਐਸਟੈਬਲਿਸ਼ਡ ਬਾਈ ਲਾਅ। ਕਿਸੇ ਦੀ ਜਾਨ ਲੈਣ ਦਾ ਅਧਿਕਾਰ ਜਿਹੜਾ ਹੈਗਾ ਉਹ ਇਕੱਲਾ ਕੋਰਟ ਕੋਲੇ ਹੈਗਾ, ਅਦਾਲਤ ਕੋਲੇ ਹੈਗਾ। ਔਰ ਆਰਟੀਕਲ 20 ਕਹਿੰਦਾ ਹੈ ਕਿ ਪ੍ਰੈਜ਼ੰਪਸ਼ਨ ਆਫ ਇਨੋਸੈਂਸ ਹੈਗੀ ਹੈ, ਕਿਸੇ ਬੰਦੇ ਨੂੰ ਤੁਸੀਂ ਜਦੋਂ ਤੱਕ ਕੋਰਟ ਗਿਲਟੀ ਡਿਕਲੇਅਰ ਨਹੀਂ ਕਰਦੀ ਗੈਂਗਸਟਰ ਮਿਲੀਟੈਂਟ ਨਹੀਂ ਕਹਿ ਸਕਦੇ। ਔਰ ਮੈਂ ਕੋਰਟ ਨੂੰ ਚੀਫ ਸਾਹਿਬ ਨੂੰ ਜਿਹੜੀ ਚਿੱਠੀ ਲਿਖੀ ਹੈ ਉਹ 'ਚ ਸਪਸ਼ਟ ਕੀਤਾ ਸੀ ਕਿ ਜਿਹੜੇ ਇਸ ਨੇਸ਼ਨ ਦੀ ਗਾਈਡਿੰਗ ਸਪਿਰਿਟ ਹੈ ਉਹ ਮਹਾਤਮਾ ਗਾਂਧੀ ਦੀ ਨੋਨ ਵਾਇਲੈਂਸ ਪ੍ਰਿੰਸੀਪਲ ਹੈਗਾ, ਆਈ ਫਾਰ ਆਈ। ਇਸ ਨੇਸ਼ਨ ਦਾ ਜਿਹੜਾ ਵਾ ਗਾਈਡਿੰਗ ਸਪਿਰਿਟ ਨਹੀਂ ਹੈਗਾ। ਸੋ ਕੋਰਟਸ ਬੰਦ ਨੇ, ਕੋਰਟ ਨੂੰ ਇਹਦਾ ਇਮੀਡੀਏਟਲੀ ਸੋ ਮੋਟੋ ਲੈਣਾ ਚਾਹੀਦਾ, ਜਿਹੜਾ ਹੋਇਆ ਨਹੀਂ। ਉਸ ਤੋਂ ਬਾਅਦ ਇਹਨਾਂ ਬੰਦਿਆਂ ਨੇ ਮੈਨੂੰ ਮੇਰੇ ਕੋਲ 15 ਤਰੀਕ ਨੂੰ ਇੱਥੇ ਹਾਈ ਕੋਰਟ ਆਏ ਨੇ। ਇਹਨਾਂ ਨੇ ਮੈਨੂੰ ਇਹ ਮੇਲ ਰਾਹੀਂ ਮੈਂ ਤੁਹਾਨੂੰ ਇਹ ਸਾਰਾ ਹੀ ਦੱਸਦਾ ਸੀ, ਇਹ ਭੇਜਿਆ ਸੀ ਕਿ ਇਹ 'ਚ ਕੰਪਨਸੇਸ਼ਨ ਲਈ ਕੇਸ ਪਾਇਆ ਜਾਏ। ਇਹ ਇਹਨਾਂ ਦੇ ਫਾਦਰ ਨੇ ਕਿਹਾ, ਆਹ ਦੇਖੋ ਜੀ, ਮੈਂ ਦਿਖਾ ਰਿਹਾ। ਸੋ ਮੈਂ ਇਹਨਾਂ ਨੂੰ ਬਰੀਫ ਕੀਤਾ ਸੀ ਵੀ ਇਸ ਕੇਸ ਦੇ ਵਿੱਚ ਇਸ ਸਟੇਜ 'ਤੇ ਜਿਹੜਾ ਕੰਪਨਸੇਸ਼ਨ ਵਾਲੀ ਗੱਲ ਹੁੰਦੀ ਹੈ, ਇੱਕ ਤਾਂ ਹਾਈ ਕੋਰਟ ਦੇ ਵਿੱਚ ਬਹੁਤ ਲਿਮਿਟਡ ਪਾਵਰਸ ਨੇ, ਇਹਦੇ ਲਈ ਸਿਵਲ ਸੂਟ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਸੋ ਮੈਂ ਬਹੁਤ ਛੋਟੀ ਤੇ ਪ੍ਰਸਾਈਜ਼ ਪਟੀਸ਼ਨ ਪਾ ਰਿਹਾ। ਮੇਰੀ ਪ੍ਰੇਅਰ ਕੱਲੀ ਤੇ ਕੱਲੀ ਸੈਕਿੰਡ ਪੋਸਟਮਾਰਟਮ ਦੀ ਹੈ। ਆਹ ਦੇਖੋ WhatsApp ਦੇ ਵਿੱਚ ਮੈਂ ਆਹ ਬਹੁਤ ਕਲੀਅਰ ਕੀਤਾ ਹੈ। ਫਸਟਲੀ ਵੀ will file writ for postmortem, thereafter we will file a writ to transfer the investigation to CBI। ਕਿਉਂਕਿ ਮੈਨੂੰ ਸਮਝ ਸੀ ਕਿ ਜੇ ਮੈਂ ਇਹ ਦੋਨੋਂ ਇਸ਼ੂਜ਼ ਨੂੰ ਕਲੱਬ ਕਰ ਦਿੰਦਾ ਤੇ ਜਿਹੜਾ ਜੁਰਿਸਡਿਕਸ਼ਨ ਦਾ ਇਸ਼ੂ ਹਾਈ ਕੋਰਟ ਦੇ ਵਿੱਚ ਆ ਜਾਣਾ ਸੀ, ਕਿਉਂਕਿ ਜਿਹੜਾ ਇਨਕਾਊਂਟਰ ਹੈ ਉਹ ਕਲਕੱਤਾ ਦੇ ਵਿੱਚ ਹੋਇਆ। ਸੋ ਮੈਂ ਆਪ ਦਾ ਲੀਗਲ ਮਾਈਂਡ ਅਪਲਾਈ ਕਰਦੇ ਹੋਏ ਮੈਂ ਇਕੱਲਾ ਜਿਹੜਾ ਆਪਦੇ ਆਪ ਨੂੰ ਰੈਸਟ੍ਰਿਕਟ ਕੀਤਾ ਹੈ ਉਹ ਕੀਤਾ ਹੈ ਸੈਕਿੰਡ ਪੋਸਟਮਾਰਟਮ ਤੱਕ। ਉਹ ਜਦੋਂ ਹਾਈ ਕੋਰਟ 'ਚ ਅਸੀਂ ਪਹਿਲੀ ਪਟੀਸ਼ਨ ਫਾਈਲ ਕੀਤੀ ਹੈ, ਜੱਜ ਸਾਹਿਬ ਕਨਵਿੰਸ ਨਹੀਂ ਹੋਏ, ਉਹਨਾਂ ਨੇ ਜੁਰਿਸਡਿਕਸ਼ਨ ਅਧਿਕਾਰ ਖੇਤਰ 'ਤੇ ਇਹਨੂੰ ਡਿਸਮਿਸ ਕਰ ਦਿੱਤਾ ਹੈ। ਉਸੇ ਰੇਟ ਨੂੰ ਸੁਪਰੀਮ ਕੋਰਟ ਨੇ ਰਿਮਾਂਡ ਕਰਕੇ ਹਾਈ ਕੋਰਟ ਨੂੰ ਕਿਹਾ ਕਿ ਜਿਹੜੀ ਪਟੀਸ਼ਨ ਪਹਿਲੇ ਫਾਈਲ ਹੋਈ ਹੈ 15 ਤਰੀਕ ਨੂੰ, ਔਰ 'ਤੇ ਇਨਸਟੈਂਟ 21 ਤਰੀਕ ਨੂੰ ਸੁਣਵਾਈ ਹੋਏਗੀ ਹਾਈ ਕੋਰਟ ਵਿੱਚ। ਔਰ ਮੇਰੀ ਪਟੀਸ਼ਨ ਦੀ ਸੁਣਵਾਈ ਦੇ ਵਿੱਚ ਸਪੈਸੀਫਿਕ ਫਾਈਂਡਿੰਗਸ ਦੇ ਵਿੱਚ ਜੱਜ ਨੇ ਜਿਹੜਾ ਉਹ ਸੈਕਿੰਡ ਪੋਸਟਮਾਰਟਮ ਅਲਾਓ ਕੀਤਾ ਹੈ ਨਾ। ਪੋਸਟਮਾਰਟਮ ਦੇ ਵਿੱਚ ਵੀ ਆ ਦੇਖੋ, ਜਿਹੜਾ ਹਾਈ ਕੋਰਟ ਦਾ ਆਰਡਰ ਹੈ, ਮੈਂ ਤੁਹਾਨੂੰ ਕਾਪੀਜ਼ ਦਿੱਤੀਆਂ ਨੇ। ਪੈਰਾ ਨੰਬਰ 10 ਵਿੱਚ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਇਸ ਮੈਟਰ ਦੇ ਵਿੱਚ ਹਿਊਮਨਟੇਰੀਅਨ ਗਰਾਊਂਡਸ 'ਤੇ ਸੈਕਿੰਡ ਪੋਸਟਮਾਰਟਮ ਨੂੰ ਟੱਚ ਕਰ ਰਹੇ ਹਾਂ, ਅਸੀਂ ਅਦਰ ਇਸ਼ੂਜ਼ ਨੂੰ ਟੱਚ ਨਹੀਂ ਕਰਨ ਜਾ ਰਹੇ। ਜੇ ਐਗਰਾਈਵਡ ਪਾਰਟੀ ਚਾਹੁੰਦੀ ਹੈ ਤਾਂ ਸੈਪਰੇਟ ਰੇਟ ਰਾਹੀਂ ਉਹਨੂੰ ਚੈਲੰਜ ਕਰ ਸਕਦੀ ਹੈ। ਸੋ ਮੇਰਾ ਸਵਾਲ ਇਹ ਹੈ ਕਿ ਮੈਂ ਤਾਂ ਇਹਨਾਂ ਕੋਲ ਸੈਕਿੰਡ ਪੋਸਟਮਾਰਟਮ ਲਈ ਇਹਨਾਂ ਦਾ ਕੇਸ ਪਾਇਆ ਹੈ ਅਤੇ ਮੈਂ ਉਹ ਆਰਡਰ ਵੀ ਕਰਾ ਦਿੱਤਾ ਹੈ। 13 ਤਰੀਕ ਨੂੰ ਇਹ ਮੈਨੂੰ ਐਨਗੇਜ ਕਰਦੇ ਨੇ। ਆਲ ਆਫ ਸਡਨ ਜਦੋਂ ਕਿ ਮਾਹੌਲ ਬੜਾ ਸੈਂਸਿਟਿਵ ਹੁੰਦਾ ਹੈ, ਤੁਸੀਂ ਬੱਚੇ ਦੀ ਸੰਸਕਾਰ ਦੇ ਟਾਈਮ ਮੇਰੇ ਖਿਲਾਫ ਐਲੀਗੇਸ਼ਨ ਲਾ ਰਹੇ ਹੋ। ਸੋ ਮੈਂ ਬੀਇੰਗ ਲਾਇਰ, ਦੋ ਚੀਜ਼ਾਂ ਹੁੰਦੀਆਂ ਨੇ ਜੀ, ਇੱਕ ਕਲਾਇੰਟ ਦੀ ਵੀ ਡਿਸਕ੍ਰਿਸ਼ਨ ਹੈਗੀ ਹੈ ਵੀ ਉਹਨੇ ਕਿਹੜਾ ਲਾਇਰ ਐਨਗੇਜ ਕਰਨਾ ਹੈ,
ਤੇ ਵਕੀਲ ਦਾ ਵੀ ਰਾਈਟ ਹੁੰਦਾ ਵੀ ਉਹਨੇ ਕਿਸੇ ਕਲਾਇੰਟ ਲਈ ਕੰਮ ਕਰਨਾ ਕਿ ਨਹੀਂ ਕਰਨਾ। ਸੋ ਇਹ ਸਾਰੀਆਂ ਗੱਲਾਂ ਜੀ ਇਹਨਾਂ ਨੂੰ ਲੱਗਦਾ ਸੀ ਕਿ ਵਕੀਲ ਨਾਲਾਇਕ ਹੈਗਾ ਹੈ ਨਾ, ਇਹ ਕੁਆਲੀਫਾਈਡ ਡਿਗਰੀ ਨਹੀਂ ਹੈਗੀ। ਇਹਨਾਂ ਨੂੰ ਚਾਹੀਦਾ ਸੀ ਫਿਰ ਮੈਨੂੰ ਵਿਦਡਰਾਅ ਕਰ ਲੈਂਦੇ, ਮੇਰਾ ਅਟਾਰਨੀ ਵਿਦਡਰਾਅ ਕਰ ਦਿੰਦੇ, ਕੋਰਟ ਨੂੰ ਕਹਿ ਦਿੰਦੇ ਕਿ ਸਾਡਾ ਵਕੀਲ ਨਹੀਂ ਹੈ। 21 ਤਰੀਕ ਤੱਕ ਤਾਂ ਤੁਸੀਂ ਮੇਰੇ ਨਾਲ ਰੈਗੂਲਰ, ਜਦੋਂ ਤੱਕ ਮੈਂ ਰਿਲੀਫ ਲੈ ਕੇ ਦਿੱਤੀ ਹੈ ਤੁਸੀਂ ਮੇਰੀ ਟੱਚ ਵਿੱਚ ਸੀ। ਸੋ ਦੂਜਾ ਸਵਾਲ ਹੈ, ਇਹਨੇ ਕਿਹਾ ਜੀ ਦੀ ਕ੍ਰੈਡੀਬਿਲਿਟੀ ਤੇ ਕ੍ਰੈਡੈਂਸ਼ੀਅਲਸ ਦੀ ਗੱਲ ਕੀਤੀ ਹੈ। ਮੈਂ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ 2012 'ਚ ਇਸ ਹਾਈ ਕੋਰਟ ਦੇ ਚੀਫ ਜਸਟਿਸ ਗੰਗੋਈ ਸਾਹਿਬ, ਜਦੋਂ ਮੈਂ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਅਪਾਇੰਟ ਕੀਤਾ ਤਾਂ ਰਿਟ ਚੈਲੰਜ ਕੀਤੀ ਸੀ, ਉਦੋਂ ਕੋਰਟ ਨੇ ਮੈਨੂੰ ਸਪੈਸੀਫਿਕ ਸਵਾਲ ਪੁੱਛਿਆ ਸੀ ਕਿ ਤੁਹਾਡੇ ਕ੍ਰੈਡੈਂਸ਼ੀਅਲਸ ਕੀ ਹੈਗੇ ਨੇ, ਤੇ ਮੈਂ ਉਦੋਂ ਕੋਰਟ ਨੂੰ 90 ਪੇਜਸ ਦੇ ਆਪ ਦੇ ਕ੍ਰੈਡੈਂਸ਼ੀਅਲਸ ਦੇ ਕੇ ਦੱਸਿਆ ਸੀ ਕਿ ਮੈਂ 98 ਔਨਵਰਡ ਐਜ ਏ ਸਟੂਡੈਂਟ ਹਿਊਮਨ ਰਾਈਟਸ ਐਕਟਿਵਿਸਟ ਲੋਕਾਂ ਲਈ ਕੰਮ ਕਰ ਰਿਹਾ ਹੈ। ਤੇ ਇਹ ਜਿਹੜਾ ਕੇਸ ਹੈ ਜੈਪਾਲ ਭੁੱਲਰ ਦੇ ਬਾਪ ਦਾ, ਮੈਂ ਮੁਫਤ ਕੀਤਾ ਹੈ, ਪ੍ਰੋ ਬੋਨੋ ਸਪੋਰਟ ਕੀਤੀ ਹੈ, ਮੈਂ ਪੈਸਾ ਨਹੀਂ ਲਿਆ। ਔਰ ਉਹ ਕੋਈ ਪਹਿਲਾ ਕੇਸ ਨਹੀਂ ਹੈਗਾ, ਮੈਂ ਸੈਂਕੜੇ ਕੇਸ ਇਹੋ ਜਿਹੇ ਮੁਫਤ ਕਰ ਚੁੱਕਿਆ ਹੁਣ ਤੱਕ। ਸੋ ਜਿਹੜੀ ਮੇਰੀ ਕ੍ਰੈਡੈਂਸ਼ੀਅਲਸ ਦੀ ਗੱਲ ਹੈਗੀ ਹੈ, ਮਤਲਬ ਮੈਂ ਇੱਥੇ ਦੋ ਗੱਲਾਂ ਮਹਿਸੂਸ ਕਰਦਾ ਵੀ ਜਿਹੜਾ ਇਹ ਸਰਦਾਰ ਸਾਹਿਬ ਕਹਿੰਦੇ ਨੇ ਵੀ ਇਹ ਡਿਸਕੁਆਲੀਫਾਈ ਵਕੀਲ ਹੈਗਾ ਹੈ, ਇਹ ਜਿਹੜੀ ਗੱਲ ਹੈ ਜਿਸ ਮਸ਼ੀਨਰੀ ਦਾ ਇਸ ਸਰਦਾਰ ਭੁਪਿੰਦਰ ਸਿੰਘ ਜਿਹੜੇ ਫਾਦਰ ਨੇ ਜੈਪਾਲ ਦੇ, ਇਹ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਰਹੇ ਨੇ, ਜਿਹੜੀ ਮਸ਼ੀਨਰੀ ਨੇ ਇਹਦੇ ਬੱਚੇ ਦਾ ਕਤਲ ਕੀਤਾ ਹੈ ਇਹ ਉਹਦਾ ਪਾਰਟ ਰਿਹਾ ਹੈ। ਔਰ ਪੰਜਾਬ ਪੁਲਿਸ ਵੀ ਇਹੋ ਕਹਿੰਦੀ ਹੈ ਕਿ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਆ ਉਹ ਕੁਆਲੀਫਾਈਡ ਨਹੀਂ ਹੈਗੇ, ਉਹ ਮਾੜੇ ਲੋਕ ਨੇ। ਸੋ ਮੈਨੂੰ ਲੱਗਦਾ ਹੈ ਕਿ ਜਿਵੇਂ ਉਹ ਪੁਲਿਸ ਦੀ ਥਿਊਰੀ ਹੈਗੀ ਹੈ, ਇਹ ਵੀ ਪੁਲਿਸ ਇੰਸਪੈਕਟਰ ਉਸੇ ਥਿਊਰੀ 'ਚ ਬਿਲੀਵ ਕਰਦਾ। ਇਹਨੂੰ ਲੱਗਦਾ ਵੀ ਕੁਆਲੀਫਾਈਡ ਲੋਕ ਉਹ ਲੋਕ ਨੇ ਜਿਹੜੇ ਕਤਲ ਕਰਦੇ ਨੇ, ਜਿਹੜੇ ਡਰੱਗਸ ਦਾ ਕੰਮ ਕਰਦੇ ਨੇ, ਜਿਹੜੇ ਟੋਕੈਟੀਸ ਕਰਦੇ ਨੇ, ਹੈ ਨਾ। ਸੋ ਇਹਨੇ ਜਿੰਨੀਆਂ ਵੀ ਕਈਆਂ ਨੇ, ਮੈਨੂੰ ਬਾਰ ਕੌਂਸਲ ਨੇ ਲਾਇਸੈਂਸ ਦਿੱਤਾ ਹੋਇਆ ਜੀ, ਮੇਰਾ ਲਾਇਸੈਂਸ ਜੇ ਕੋਈ ਜਾਲੀ ਹੈਗਾ ਜਿਹੜੀ ਇਹ ਗੱਲ ਕਰਦੇ ਨੇ ਉਹਦੇ ਉੱਪਰ ਇਹ ਸਾਰਾ ਕੁਝ ਕਰ ਸਕਦੇ ਨੇ। ਮੈਂ ਇਸ ਕੇਸ ਦੇ ਵਿੱਚ ਐਜ਼ ਏ ਟੀਮ ਪਲੇਅਰ ਕੰਮ ਕੀਤਾ। ਜਦੋਂ ਮੈਂ ਕੇਸ ਫਾਈਲ ਕੀਤਾ ਹੈ ਉਦੋਂ ਇਸੇ ਹਾਈ ਕੋਰਟ ਤੋਂ ਮਿਸਟਰ ਰੰਧਾਵਾ ਇੱਕ ਐਡਵੋਕੇਟ ਨੇ, ਸਾਡੇ ਕਲੀਗ ਲਾਇਰ ਨੇ, ਉਹਨਾਂ ਦੀ ਮੈਨੂੰ ਕਾਲ ਆਈ ਕਿ ਮੇਰੇ ਆਈ ਵਾਜ਼ ਵੈਰੀ ਕਲੋਜ਼ ਟੂ ਹਿਮ, ਮੇਰੇ ਫੈਮਿਲੀ ਨਾਲ ਬਹੁਤ ਨਜ਼ਦੀਕੀ ਸੰਬੰਧ ਨੇ, ਮੈਂ ਅਪੀਅਰ ਹੋਣਾ ਚਾਹੁੰਦੀ ਹਾਂ। ਸੋ ਇਸ ਕੇਸ 'ਚ ਮੈਂ ਫੈਮਿਲੀ ਨੂੰ ਕਿਤੇ ਵੀ ਮਿਸਲੀਡ ਨਹੀਂ ਕੀਤਾ। ਮੈਂ ਉਸੇ ਵੇਲੇ ਹੀ ਅੰਮ੍ਰਿਤਸਰ ਤੋਂ ਸੀਨੀਅਰ ਟ੍ਰਾਇਲ ਕੋਰਟ ਦੇ ਲਾਇਰ ਸੀ, ਮੈਂ ਉਹਨਾਂ ਦਾ ਨੰਬਰ ਵੀ ਆ ਦੇਖੋ ਇਹਦੇ ਵਿੱਚ ਹੈਗਾ, ਮੈਂ ਇਹਨਾਂ ਨੂੰ ਭੇਜਿਆ ਕਿ ਸਰਦਾਰ ਸਾਹਿਬ ਇਹ ਵਕੀਲ ਤੁਹਾਡੇ ਰੈਫਰੈਂਸ ਨਾਲ ਗੱਲ ਕਰ ਰਹੇ ਨੇ, ਪੇਸ਼ ਹੋਣਾ ਚਾਹੁੰਦੇ ਨੇ, ਤੁਹਾਨੂੰ ਕੋਈ ਆਬਜੈਕਸ਼ਨ ਹੈਗਾ ਕਿ ਨਹੀਂ ਹੈਗਾ। ਇਹਨਾਂ ਦੀ ਕਨਸੈਂਟ ਨਾਲ ਮੈਂ ਉਹਨਾਂ ਨੂੰ ਵੀ ਅਲਾਉ ਕੀਤਾ। ਸੋ ਮੈਂ ਬੜਾ ਹਰਟ ਹੋਇਆ ਇਹਦੀ ਸਾਰੀ ਗੱਲ ਨਾਲ ਕਿ ਜਿਹੜੀ ਇੱਕ ਪੇਜ ਦੀ ਬਾਰ-ਬਾਰ ਕੱਲ ਮੀਡੀਆ 'ਚ ਗੱਲ ਕੀਤੀ ਹੈ ਇਹਨਾਂ ਨੇ ਕਿ ਇੱਕ ਪੇਜ ਦੀ ਪਟੀਸ਼ਨ ਹੈ। ਆ ਦੇਖੋ ਜੀ ਪਟੀਸ਼ਨ ਵੀ ਮੈਂ ਤੁਹਾਨੂੰ ਦਿਖਾ ਰਿਹਾ, ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਉਹ ਇੱਕ ਪੇਜ ਦੀ ਪਟੀਸ਼ਨ ਹੈ ਜਿਸ 'ਤੇ ਇਹਦਾ ਸੈਕਿੰਡ ਪੋਸਟਮਾਰਟਮ ਦਾ ਆਰਡਰ ਹੋਇਆ ਹੈ। ਸੋ ਜਿੰਨੇ ਵੀ ਐਲੀਗੇਸ਼ਨਸ ਲਾਏ ਨੇ ਉਹ ਬਿਲਕੁਲ ਝੂਠੇ ਹੈਗੇ ਨੇ ਜੀ। ਮਤਲਬ ਬੀਇੰਗ ਲਾਇਰ ਮੈਂ ਡੈਫਰਮੇਸ਼ਨ ਦਾ ਕੇਸ ਫਾਈਲ ਕਰ ਸਕਦਾ, ਲੀਗਲ ਕੇਸ ਫਾਈਲ ਕਰ ਸਕਦਾ, ਪਰ ਮੈਂ ਉਹ ਕਰਨਾ ਨਹੀਂ ਚਾਹੁੰਦਾ। ਉਹਦੇ ਦੋ ਰੀਜ਼ਨਸ ਹੈਗੇ, ਇੱਕ ਤੇ ਵਿਕਟਮ ਹੈਗਾ, ਇੱਕ ਇਹਨਾਂ ਦਾ ਲੜਕਾ ਜੇਲ੍ਹ 'ਚ ਹੈਗਾ, ਦੂਜਾ ਐਨਕਾਊਂਟਰ ਹੋ ਗਿਆ ਹੈ। ਸੋ ਮੈਂ ਨਹੀਂ ਚਾਹੁੰਦਾ ਕਿ ਫੈਮਿਲੀ ਨੂੰ ਅਨਨੈਸੈਸਰੀ ਹਰਾਸ ਕੀਤਾ ਜਾਏ। ਮੈਂ ਮਹਿਸੂਸ ਕਰਦਾ ਕਿ ਪੁਲਿਸ ਇੰਸਪੈਕਟਰ ਸੀ, ਇਹਨੂੰ ਸਮਝ ਹੋਣੀ ਚਾਹੀਦੀ ਸੀ ਜੇ ਮੇਰੇ ਤੋਂ ਸੈਟਿਸਫਾਈ ਨਹੀਂ ਹੈਗਾ ਤੇ ਮੈਨੂੰ ਡਿਸਓਨ ਕਰ ਦਿੰਦਾ, ਮੇਰਾ ਅਟਾਰਨੀ ਵਿਦਡਰਾਅ ਕਰ ਲੈਂਦਾ। ਤੇ ਇਹ ਬੜਾ ਸਟ੍ਰੇਂਜ ਕੇਸ ਹੈ, ਪਰ ਤੁਸੀਂ ਕਦੇ ਵੇਖਿਆ ਨਹੀਂ ਹੋਣਾ ਕਿ ਕਲਾਇੰਟ ਤੇ ਵਕੀਲ ਦੇ ਵਿਚਾਲੇ ਕੋਈ ਇਸ ਕਿਸਮ ਦੀ ਨੌਬਤ ਆਈ ਹੈ। ਸੋ ਕਿਉਂਕਿ ਐਲੀਗੇਸ਼ਨ ਸੀਰੀਅਸ ਸੀ, ਸੋ ਮੈਂ ਇਹ ਤੁਹਾਡੇ ਮੀਡੀਆ ਰਾਹੀਂ ਕਲੀਅਰ ਕਰਨਾ ਚਾਹੁੰਦਾ ਸੀ ਸਾਰੀਆਂ ਗੱਲਾਂ। ਦੇਖੋ ਜੀ ਮੇਰੀ ਤਾਂ ਸਮਝ ਨਹੀਂ, ਮੈਂ ਤਾਂ ਆਲ ਆਫ ਸਡਨ ਜਦੋਂ ਮੈਨੂੰ ਕੱਲ ਲੋਕਾਂ ਦੀਆਂ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਮੈਂ ਕੱਲ ਸ਼ਾਮ ਤੱਕ ਕਾਲ ਸੁਣਦਾ ਰਿਹਾ। ਫਿਰ ਜਿਹੜੀ ਸਾਡੀ ਬੈਟਰੀ ਆਫ ਲਾਇਰਸ ਹੈ, ਜਿਹੜੇ ਸਾਡੇ ਗਰੁੱਪ ਨਾਲ ਰਿਲੇਟਡ ਬੰਦੇ ਨੇ, ਉਹਨਾਂ ਸਾਰਿਆਂ ਨੇ ਮੈਨੂੰ ਕਿਹਾ ਕਿ ਇਹਦਾ ਜਵਾਬ ਦੇਣਾ ਆਪਣਾ ਬਣਦਾ ਹੈਗਾ। ਜੇ ਅਸੀਂ ਜਵਾਬ ਨਹੀਂ ਦੇਵਾਂਗੇ ਤਾਂ ਲੋਕਾਂ 'ਚ ਗਲਤ ਪ੍ਰਭਾਵ ਜਾਊਗਾ। ਸੋ ਬਹੁਤ ਕਲੀਅਰ ਹੈ ਕਿ ਸੈਕਿੰਡ ਪੋਸਟਮਾਰਟਮ ਦੀ ਪਰੇਡ ਸੀ, ਸੈਕਿੰਡ ਪੋਸਟਮਾਰਟਮ ਹੋ ਗਿਆ ਹੈ। ਹੁਣ ਤੁਸੀਂ ਕਾਹਦੇ ਐਲੀਗੇਸ਼ਨ ਮੇਰੇ 'ਤੇ ਲਾ ਰਹੇ ਹੋ? ਮੈਂ ਤੁਹਾਨੂੰ ਰਿਲੀਫ ਲੈ ਕੇ ਦੇ ਦਿੱਤੀ ਹੈ। ਜੇ ਤੁਸੀਂ ਮੈਨੂੰ ਚੰਗੇ ਨਹੀਂ ਲੱਗਦੇ ਤਾਂ ਤੁਸੀਂ ਆਪ ਦਾ ਜਿਹਨੂੰ ਇੰਗੇਜ ਕਰਨਾ ਕਰੋ, ਜਿਵੇਂ ਫਾਈਟ ਕਰਨੀ ਕਰੋ। ਤੁਹਾਡਾ ਤੇ ਏਮ, ਤੁਹਾਡੀ ਲੜਾਈ ਸਰਕਾਰ ਨਾਲੇ ਸੀ, ਤੁਹਾਡੀ ਲੜਾਈ ਇਨਸਾਫ ਲੈਣ ਦੀ ਆਪਦੇ ਲੜਕੇ ਦੀ ਹੈ, ਨਾ ਕਿ ਮੇਰੇ ਨਾਲ ਕੋਈ ਲੜਾਈ ਹੈਗੀ ਹੈ।